एवरीवन वेलकम टू द चैनल स्टडी विद पूजा। सो ਆਪਾਂ ਪਿਛਲੀ ਵੀਡੀਓ ਦੇ ਵਿੱਚ ਮਿਓਸਿਸ ਔਰ ਉਹਦੀ ਸਿਗਨੀਫੀਕੈਂਸ ਕੀਤੀ ਸੀ। ਇਸ ਵੀਡੀਓ 'ਚ ਉਹਦੇ ਨਾਲ ਰਿਲੇਟਡ MCQs ਕਰਦੇ ਹਾਂ। ਸੋ ਫਸਟ MCQ ਹੈ ਡਿਊਰਿੰਗ ਮਿਓਸਿਸ 1 ਕ੍ਰੋਮੋਜ਼ੋਮ ਨੰਬਰ, ਕਿ ਜਦੋਂ ਮਿਓਸਿਸ 1 ਹੁੰਦੀ ਆ ਉਸ ਟਾਈਮ ਕ੍ਰੋਮੋਜ਼ੋਮ ਨੰਬਰ ਕਿੰਨੇ ਹੁੰਦੇ ਆ। ਫਸਟ ਹੈ ਰਿਡਿਊਸ ਟੂ ਹਾਫ ਹੋ ਜਾਂਦੇ ਆ, ਜਿੰਨੇ ਪੇਰੈਂਟ ਸੈੱਲ ਦੇ ਵਿੱਚ ਹੁੰਦੀ ਆ ਉਸ ਤੋਂ ਹਾਫ ਹੋ ਜਾਂਦੀ ਆ। ਨੈਕਸਟ ਹੈ ਕਿ ਡਬਲਸ ਅਪ ਹੋ ਜਾਂਦੀ ਆ, ਡਬਲ ਹੋ ਜਾਂਦੀ ਆ ਕਿ ਮੰਨ ਲਓ 23 ਹੈਗੇ ਆ ਤਾਂ ਉਹ ਡਬਲ ਹੋ ਗਏ, ਹੈ ਨਾ 46 ਹੋ ਗਏ, ਇੱਦਾਂ ਹੋ ਜਾਂਦੇ ਆ। ਸੇਮ ਰਹਿੰਦੇ ਆ ਕਿ ਆਈਦਰ A ਔਰ B ਦੋਨੋਂ ਹੁੰਦੇ ਆ, ਡਬਲ ਵੀ ਹੁੰਦੇ ਆ ਔਰ ਰਿਡਿਊਸ ਵੀ ਹੁੰਦੇ ਆ। ਇਹਦੀ ਆਪਸ਼ਨ ਆਏਗੀ ਆਪਸ਼ਨ A, ਰਿਡਿਊਸ ਹੋ ਜਾਂਦੇ ਆ ਹਾਫ। ਮਤਲਬ ਅਗਰ 46 ਕ੍ਰੋਮੋਜ਼ੋਮ ਪੇਰੈਂਟ ਦੇ ਵਿੱਚ ਹੈ ਅਤੇ ਉਹ ਅੱਗੇ ਡਾਟਰ ਸੈਲਸ ਦੇ ਵਿੱਚ ਪਾਸ ਹੋਣਗੇ ਮਿਓਸਿਸ 1 ਦੇ ਦੌਰਾਨ, ਤਾਂ ਉਹ 23 ਪਾਸ ਹੋਣਗੇ। ਆਪਾਂ ਪੜ੍ਹਿਆ ਹੋਇਆ ਨਾ ਕਿ ਡਿਪਲੋਇਡ ਸੈੱਲ ਜਿਹੜਾ ਉਹ ਹੈਪਲੋਇਡ ਦੇ ਵਿੱਚ ਚੇਂਜ ਹੋ ਜਾਂਦਾ, ਇਸੇ ਕਰਕੇ ਤਾਂ ਇਹਨੂੰ ਰਿਡਕਸ਼ਨਲ ਡਿਵੀਜ਼ਨ ਕਿਹਾ ਜਾਂਦਾ, ਕਿਉਂਕਿ ਰਿਡਿਊਸ ਹੁੰਦੇ ਆ, ਘੱਟਦੇ ਆ। ਕਿੰਨੇ ਰਿਡਿਊਸ ਹੁੰਦੇ? ਹਾਫ ਤੱਕ ਰਿਡਿਊਸ ਹੋ ਜਾਂਦੇ ਆ, ਹਾਫ ਹੋ ਜਾਂਦੇ ਆ। 46 ਆ ਤਾਂ 23 ਰਹਿ ਜਾਂਦੇ ਆ। ਹਿਊਮਨ ਸੈੱਲ ਦੀ ਆਪਾਂ ਗੱਲ ਕਰ ਰਹੇ ਹਾਂ, ਹਿਊਮਨ ਬੀਇੰਗ ਦੇ ਵਿੱਚ। ਬਾਕੀ ਐਨੀਮਲਸ 'ਚ ਉਹਨਾਂ ਦੇ ਕ੍ਰੋਮੋਜ਼ੋਮ ਨੰਬਰ ਬੇਸ ਹੀ ਹੋਣਗੇ। ਅਗਰ ਉਹਨਾਂ ਦੇ ਵਿੱਚ ਮੰਨ ਲਓ 32 ਕ੍ਰੋਮੋਜ਼ੋਮਸ ਆ ਅਤੇ ਉਹਨਾਂ ਨੇ ਹਾਫ ਹੋ ਕੇ 16 ਰਹਿ ਜਾਣਾ। ਠੀਕ ਹੈ, ਫਿਰ ਇਹ ਸੈਕਿੰਡ ਹੈ ਬੈਸਟ ਮੈਟੀਰੀਅਲ ਟੂ ਸਟੱਡੀ ਮਿਓਸਿਸ ਇਜ਼, ਕਿ ਮਿਓਸਿਸ ਨੂੰ ਸਟੱਡੀ ਕਰਨ ਦੇ ਲਈ ਬੈਸਟ ਮੈਟੀਰੀਅਲ ਕਿਹੜਾ ਹੈਗਾ, ਕਿਸ ਟਾਈਮ 'ਤੇ ਆਪਾਂ ਸਟੱਡੀ ਕਰ ਸਕਦੇ ਹੈਗੇ ਮਿਓਸਿਸ ਦੀ, ਕਿਸ ਚੀਜ਼ 'ਤੇ? ਰੂਟ ਟਿਪਸ ਦੇ ਉੱਤੇ, ਓਵਰੀ, ਯੰਗ ਐਂਥਰ ਕਿ ਪੋਲਨ ਗ੍ਰੇਨ। ਅਤੇ ਇਹਦੀ ਆਪਸ਼ਨ ਹੈਗੀ ਆਪਸ਼ਨ C, ਯੰਗ ਐਂਥਰ। ਹੁਣ ਯੰਗ ਐਂਥਰ ਜਿਹੜਾ ਹੈ ਉਹਦੇ ਵਿੱਚ ਪੋਲਨ ਗ੍ਰੇਨ ਪ੍ਰੋਡਿਊਸ ਹੋ ਰਹੇ ਹੋਣਗੇ, ਮਤਲਬ ਪਹਿਲੇ ਗੈਮੀਟਸ ਪ੍ਰੋਡਿਊਸ ਹੁੰਦੇ ਆ, ਮਾਈਕਰੋਸਪੋਰ ਮਦਰ ਸੈਲਸ ਵਗੈਰਾ, ਹੈ ਨਾ। ਹੁਣ ਉਹ ਗੈਮੀਟਸ ਫਾਰਮ ਕਰਦੇ ਆ ਪਹਿਲੇ, ਠੀਕ ਹੈ। ਅਤੇ ਮਿਓਸਿਸ ਦੇ ਵਿੱਚ ਵੀ ਤਾਂ ਇਹ ਜਦੋਂ ਗੈਮੀਟ ਫਾਰਮ ਹੁੰਦੇ ਆ, ਗੈਮੀਟੋਜੈਨੇਸਿਸ ਹੁੰਦੀ, ਉਹਦੇ ਦੌਰਾਨ ਹੀ ਮਿਓਸਿਸ ਹੁੰਦੀ ਹੈ, ਠੀਕ ਹੈ। ਸੋ ਮਿਓਸਿਸ ਨੂੰ ਅਗਰ ਪ੍ਰੋਪਰ ਸਟੱਡੀ ਕਰਨਾ ਤਾਂ ਯੰਗ ਐਂਥਰ ਦੇ ਵਿੱਚ ਸਟੱਡੀ ਕੀਤਾ ਜਾ ਸਕਦਾ ਆ, ਕਿਉਂਕਿ ਇਹਨਾਂ ਦੇ ਵਿੱਚ ਵੀ ਜਦੋਂ ਗੈਮੀਟ ਫਾਰਮ ਹੁੰਦੇ ਆ ਉਸੇ ਦੌਰਾਨ ਮਿਓਸਿਸ ਹੁੰਦੀ ਆ। ਸੋ ਯੰਗ ਐਂਥਰ ਦੇ ਵਿੱਚ ਹੀ ਹੁੰਦਾ, ਠੀਕ ਹੈ। ਪੋਲਨ ਗ੍ਰੇਨ ਤਾਂ ਮੈਚੋਰ ਹੋ ਜਾਂਦੇ ਹੈਗੇ, ਅੱਗੇ ਗੈਮੀਟ ਉਹਨਾਂ 'ਚ ਆਲਰੇਡੀ ਫਾਰਮ ਹੋ ਚੁੱਕੇ ਹੁੰਦੇ। ਓਵਰੀ ਦੇ ਵਿੱਚ ਵੀ ਓਵਿਊਲਸ ਫਾਰਮ ਹੋ ਚੁੱਕੇ ਹੁੰਦੇ ਆ, ਹੈ ਨਾ। ਐਟ ਵਿਚ of the following stages chromosomes appear single and thread like, ਕਿ ਕਿਹੜੀ ਸਟੇਜ ਦੇ ਵਿੱਚ? ਹੁਣ ਇਹ ਮਿਓਸਿਸ 2 ਦੀ ਗੱਲ ਕੀਤੀ ਹੋਈ ਆ ਕਿ ਮਿਓਸਿਸ 2 ਦੀ ਕਿਹੜੀ ਸਟੇਜ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਹੈਗਾ, ਸੌਰੀ ਮਿਓਸਿਸ 1 ਦੇ ਵਿੱਚ ਦੱਸਿਆ ਹੋਇਆ ਆ। ਓਕੇ, ਥਰਡ ਕੁਐਸਚਨ ਹੈ at which of the following stages chromosomes appear single, thin and thread like, ਕਿ ਮਿਓਸਿਸ ਦੇ ਵਿੱਚ ਕਿਹੜੀ ਸਟੇਜ ਦੇ ਦੌਰਾਨ ਜਿਹੜੇ ਕ੍ਰੋਮੋਜ਼ੋਮਸ ਹੈ ਉਹ ਥ੍ਰੈਡ ਟਾਈਪ ਬਣੇ ਹੁੰਦੇ ਆ, ਮਤਲਬ ਕ੍ਰੋਮੈਟਿਨ ਫਾਈਬਰਸ ਦਿਖਾਈ ਦਿੰਦੇ ਆ ਕ੍ਰੋਮੈਟਿਨ ਫਾਈਬਰ ਦੀ ਫਾਰਮ 'ਚ। ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ ਐਂਡ ਡਿਪਲੋਟੀਨ। ਇਹਨਾਂ 'ਚੋਂ ਕਿਹੜੀ ਆਪਸ਼ਨ ਆਏਗੀ? ਇਹਦੀ ਆਪਸ਼ਨ ਆਏਗੀ ਲੈਪਟੋਟੀਨ। ਹੁਣ ਇਹ ਜਿਹੜੀ ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ, ਡਿਪਲੋਟੀਨ, ਡਾਇਕਾਈਨੇਸਿਸ, ਇਹ 5 ਸਟੇਜਿਸ ਹੁੰਦੀਆਂ ਪ੍ਰੋਫੇਜ਼ 1 ਦੀਆਂ। ਮਿਓਸਿਸ 1 ਦੇ ਵਿੱਚ ਪ੍ਰੋਫੇਜ਼ 1 ਦੀ ਇਹ ਫਸਟ 5 ਸਟੇਜਿਸ ਹੁੰਦੀਆਂ, ਇਹਨਾਂ ਤੋਂ ਬਾਅਦ ਮੈਟਾਫੇਜ਼ 1 ਸਟਾਰਟ ਹੁੰਦਾ ਹੈ, ਠੀਕ ਹੈ। ਸੋ ਜਿਹੜੇ ਪ੍ਰੋਫੇਜ਼ 1 ਦੀ ਲੈਪਟੋਟੀਨ ਫੇਜ਼ ਸਭ ਤੋਂ ਪਹਿਲਾ ਫੇਜ਼ ਹੁੰਦਾ ਆ। ਇਸ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਹੈ ਉਹ ਫਿਲਹਾਲ ਥ੍ਰੈਡ ਲਾਈਕ ਸਟਰਕਚਰ ਫਾਰਮ ਦੇ ਵਿੱਚ ਹੁੰਦੇ ਆ, ਕੰਡੈਂਸ ਹੋਣੇ ਹੁੰਦੇ ਆ ਹਲੇ, ਠੀਕ ਹੈ, ਮਤਲਬ ਕੰਡੈਂਸ ਹੋਣਾ ਸਟਾਰਟ ਕਰਨਾ ਹੁੰਦਾ। ਸੋ ਇਸੇ ਕਰਕੇ ਉਹ ਥ੍ਰੈਡ ਲਾਈਕ ਸਟਰਕਚਰ ਫਾਰਮ ਦੇ ਵਿੱਚ ਹੀ ਹੁੰਦੇ ਆ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ A, ਲੈਪਟੋਟੀਨ। ਫੋਰਥ ਹੈ crossing over in the diploid organism is responsible for, diploid organisms crossing over ਹੁੰਦਾ ਇਸ ਤਰੀਕੇ ਨਾਲ। ਮੰਨ ਲਓ ਇਹ ਪੈਟਰਨਲ ਕ੍ਰੋਮੋਜ਼ੋਮ ਹੈ, ਇਸ ਤਰੀਕੇ ਨਾਲ ਮੈਟਰਨਲ ਕ੍ਰੋਮੋਜ਼ੋਮ। ਇੱਥੇ ਪੈਟਰਨਲ ਔਰ ਮੈਟਰਨਲ ਕ੍ਰੋਮੋਜ਼ੋਮਸ ਆਪਸ 'ਚ ਇੱਥੇ ਕ੍ਰੋਸ ਕਰ ਇੱਕ ਦੂਸਰੇ, ਠੀਕ ਹੈ। ਸੋ ਇਹਨੂੰ ਆਪਾਂ ਕਹਾਂਗੇ ਕ੍ਰੋਸਿੰਗ ਓਵਰ, ਠੀਕ ਹੈ। ਇਹਦੇ ਦੌਰਾਨ ਕੀ ਹੁੰਦਾ ਆ ਕਿ ਇਸ ਚੀਜ਼ ਲਈ ਰਿਸਪੋਂਸੀਬਲ ਹੈ ਡੋਮੀਨੈਂਸ ਲਈ, ਲਿੰਕੇਜ ਲਈ ਜੀਨਸ ਦੇ ਅੰਦਰ, ਸੈਗਰੀਗੇਸ਼ਨ ਆਫ ਐਲੀਲਸ ਦੀ ਸੈਗਰੀਗੇਸ਼ਨ ਦੇ ਲਈ, ਕਿ ਰਿਕੰਬੀਨੇਸ਼ਨ ਆਫ ਐਲੀਲਸ। ਇਹਦੀ ਆਪਸ਼ਨ ਆਏਗੀ ਸਾਡੇ ਕੋਲ ਆਪਸ਼ਨ D, ਰਿਕੰਬੀਨੇਸ਼ਨ ਆਫ ਐਲੀਲਸ, ਹੈ ਨਾ। ਹੁਣ ਦੇਖੋ ਪੈਰੈਂਟਲ ਕ੍ਰੋਮੋਜ਼ੋਮ ਪੈਰੈਂਟਲ ਕ੍ਰੋਮੋਜ਼ੋਮ ਹੈ, ਪੈਟਰਨਲ ਕ੍ਰੋਮੋਜ਼ੋਮ ਫਾਦਰ,
ਦਾ ਕ੍ਰੋਮੋਸੋਮ, ਇਹ ਮੈਟਰਨਲ ਕ੍ਰੋਮੋਸੋਮ, ਮਦਰ ਕ੍ਰੋਮੋਸੋਮ ਹੈ ਨਾ। ਜਿਸ ਏਰੀਆ ਦੇ ਵਿੱਚ ਇਹਨਾਂ ਦੀ ਕ੍ਰੋਸਿੰਗ ਓਵਰ ਹੋ ਰਹੀ ਹੈ, ਹੁਣ ਪੈਟਰਨਲ ਕ੍ਰੋਮੋਸੋਮ ਔਰ ਮੈਟਰਨਲ ਕ੍ਰੋਮੋਸੋਮ ਦੇ ਇੱਥੇ DNA ਜਿਹੜੇ ਹੈਗੇ ਆ ਉਹ ਦੋਨੋਂ ਮਿਕਸ ਹੋ ਰਹੇ ਆ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਆ, ਕੁਛ ਚੇਂਜ ਆਉਂਦੀ ਹੈਗੀ ਆ, ਰਿਕੰਬੀਨੇਸ਼ਨ ਹੁੰਦਾ ਇੱਥੇ। ਰਿਕੰਬੀਨੇਸ਼ਨ ਮਤਲਬ ਜਦੋਂ ਦੋ ਅਲੱਗ-ਅਲੱਗ DNA ਜਿਹੜੇ ਹੈਗੇ ਉਹ ਮਿਕਸਅਪ ਹੁੰਦੇ ਆ, ਠੀਕ ਹੈ, ਉਸ ਦੌਰਾਨ ਕੁਛ ਨया ਵੀ ਜਿਹੜੇ ਨਏ ਕਰੈਕਟਰਸ ਆ ਉਹ ਬਣਦੇ ਹੈਗੇ ਆ, ਠੀਕ ਹੈ। ਸੋ ਉਹ ਹੁੰਦਾ ਹੈ ਰਿਕੰਬੀਨੇਸ਼ਨ। ਰਿਕੰਬੀਨੇਸ਼ਨ ਆਫ ਐਲੀਲਸ ਹੁੰਦੀ ਆ, ਉਹਦੇ ਲਈ ਰਿਸਪੋਂਸੀਬਲ ਆ ਕ੍ਰੋਸਿੰਗ ਓਵਰ। ਨੈਕਸਟ ਹੈ 5th term meiosis was given by। ਮਿਓਸਿਸ ਟਰਮ ਬਾਰੇ ਸਾਨੂੰ ਕਿਹਨੇ ਦੱਸਿਆ ਸੀ? ਜੌਨਸਨ। ਬੀ ਆਪਸ਼ਨ ਨੇ ਨੋਲ ਐਂਡ ਰਸਕਾ। ਸੀ ਆਪਸ਼ਨ ਹੈ ਐਲੈਗਜ਼ੈਂਡਰ ਫਲੈਮਿੰਗ। 4th ਆਪਸ਼ਨ ਹੈ ਫਾਰਮਰ ਐਂਡ ਮੋਰੇ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਡੀ, ਫਾਰਮਰ ਐਂਡ ਮੋਰੇ। ਇਹਨਾਂ ਦੋਨਾਂ ਨੇ ਹੀ ਆਪਾਂ ਨੂੰ ਦੱਸਿਆ ਸੀ ਮਿਓਸਿਸ ਟਰਮ ਦੇ ਬਾਰੇ, ਕਿ ਇਹ ਵੀ ਟਰਮ ਹੁੰਦੀ ਹੈ। ਫਿਰ ਲੈਂਬਰਸ਼ ਕ੍ਰੋਮੋਸੋਮਸ ਆਰ ਸੀਨ ਇਨ ਵਿਚ ਆਫ ਦ ਟਿਪੀਕਲ ਸਟੇਜਿਸ। ਜਿਹੜੇ ਲੈਂਬਰਸ਼ ਕ੍ਰੋਮੋਸੋਮਸ ਹੈ ਉਹ ਕਿਸ ਟਿਪੀਕਲ ਸਟੇਜ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਆ? ਮਾਈਟੋਟਿਕ ਐਨਾਫੇਜ਼, ਮਾਈਟੋਸਿਸ ਮਤਲਬ ਮਾਈਟੋਟਿਕ ਪ੍ਰੋਫੇਜ਼, ਮਾਈਟੋਟਿਕ ਮੈਟਾਫੇਜ਼ ਕਿ ਮਾਇਓਟਿਕ ਪ੍ਰੋਫੇਜ਼, ਕਿਸ ਫੇਜ਼ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਹੈਗੇ ਆ? ਹੁਣ ਕ੍ਰੋਮੈਟਿਡਸ ਹੁੰਦੇ ਆ, ਜਦੋਂ ਉਹ ਹੋਮੋਲੋਗਸ ਕ੍ਰੋਮੋਸੋਮ ਫਾਰਮ ਕਰਦੇ ਆ ਆਪਸ ਦੇ ਵਿੱਚ, ਪੈਟਰਨਲ ਔਰ ਮੈਟਰਨਲ ਕ੍ਰੋਮੋਸੋਮ ਜਾਂ ਕ੍ਰੋਮੈਟਿਡ ਜਿਹੜੇ ਸੇਮ ਹੁੰਦੇ ਆ ਉਹ ਆਪਸ 'ਚ ਮਿਲ ਜਾਂਦੇ ਆ, ਹੈ ਨਾ। ਉਸ ਤੋਂ ਬਾਅਦ ਲੈਂਬਰਸ਼ ਕ੍ਰੋਮੋਸੋਮ ਜਿਹੜੇ ਹੈਗੇ ਆ ਉਹਨੂੰ ਕਿਸ ਟਿਪੀਕਲ ਸਟੇਜ ਦੇ ਵਿੱਚ ਦਿਖਾਈ ਦਿੰਦੇ ਆ? ਮਾਇਓਸਿਸ ਦੇ ਵਿੱਚ। ਮਾਈਟੋਟਿਕ ਮੀਨਸ ਮਾਈਟੋਸਿਸ ਦੇ ਬੇਸ 'ਤੇ, ਠੀਕ ਹੈ। ਮਾਇਓਟਿਕ ਮੀਨਸ ਮਾਇਓਸਿਸ ਦੇ ਵਿੱਚ। ਸੋ ਇਹ ਮਿਓਸਿਸ ਦੇ ਵਿੱਚ ਹੁੰਦਾ, ਇਹਦੀ ਆਪਸ਼ਨ ਆਏਗੀ ਆਪਸ਼ਨ ਡੀ, ਮਾਇਓਟਿਕ ਪ੍ਰੋਫੇਜ਼, ਠੀਕ ਹੈ। ਆਪਸ਼ਨ ਡੀ ਮਾਇਓਟਿਕ ਪ੍ਰੋਫੇਜ਼। ਫਿਰ 7th ਹੈ ਜ਼ਾਈਗੋਟੀਨ ਆਫ ਦ ਪ੍ਰੋਫੇਜ਼ ਇਜ਼ ਕਰੈਕਟਰਾਈਜ਼ਡ ਬਾਈ। ਜ਼ਾਈਗੋਟੀਨ ਫੇਜ਼ ਜਿਹੜਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਆ? ਕਿਸ ਦੇ ਥਰੂ ਕਰੈਕਟਰਾਈਜ਼ਡ ਹੁੰਦਾ ਆ? ਕ੍ਰੋਮੋਮੀਅਰ, ਸਾਈਨੈਪਟੋਨੀਮਲ ਕੰਪਲੈਕਸ, ਕ੍ਰੋਸਿੰਗ ਓਵਰ ਔਰ ਟਰਮੀਨਲਾਈਜੇਸ਼ਨ ਆਫ ਚਾਇਜ਼ਮਾਟਾ। ਸੋ ਇਹਦੀ ਕੀ ਆਪਸ਼ਨ ਆਏਗੀ ਸਾਡੇ ਤੋਂ? ਆਪਸ਼ਨ ਬੀ, ਸਾਈਨੈਪਟੋਨੀਮਲ ਕੰਪਲੈਕਸ। ਹੁਣ ਜਦੋਂ ਫਸਟ ਫੇਜ਼ ਹੁੰਦਾ ਆ ਪ੍ਰੋਫੇਜ਼ 1 ਦੇ ਵਿੱਚ, ਪਹਿਲੀ ਸਟੇਜ ਚੱਲਦੀ ਲੈਪਟੋਟੀਨ ਦੇ ਵਿੱਚ ਕੀ ਹੁੰਦੇ? ਕ੍ਰੋਮੋਸੋਮ ਜਿਹੜੇ ਹੈਗੇ ਆ ਉਹ ਪਹਿਲੇ ਕ੍ਰੋਮੈਟਿਡ ਫਾਰਮ 'ਚ ਹੁੰਦੇ ਆ, ਹੌਲੀ ਹੌਲੀ ਕੰਡੈਂਸ ਹੋਣੇ ਸਟਾਰਟ ਹੁੰਦੇ ਹੈਗੇ ਆ, ਜਿਹੜੇ ਹੋਮੋਲੋਗਸ ਕ੍ਰੋਮੋਸੋਮ ਆ ਉਹ ਕਲੋਜ਼ ਆਉਣਾ ਸ਼ੁਰੂ ਹੁੰਦੇ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਜ਼ਾਈਗੋਟੀਨ ਫੇਜ਼ ਦੇ ਵਿੱਚ ਜਿਹੜੇ ਹੋਮੋਲੋਗਸ ਕ੍ਰੋਮੋਸੋਮਸ ਹੈਗੇ ਆ ਉਹ ਆਪਸ ਦੇ ਵਿੱਚ ਜੁਆਇਨ ਕਰਦੇ, ਜਿੱਦਾਂ ਇਹ ਪੈਟਰਨਲ ਕ੍ਰੋਮੈਟਿਡਸ ਹੈਗੇ ਆ, ਠੀਕ ਹੈ। ਇਹ ਪੈਟਰਨਲ ਕ੍ਰੋਮੈਟਿਡ ਆ, ਠੀਕ ਹੈ। ਇਸ ਤਰੀਕੇ ਨਾਲ ਬਣਾ ਲੈਂਦੇ ਆ, ਪੈਟਰਨਲ ਕ੍ਰੋਮੈਟਿਡ, ਇਹ ਹੈ ਮੈਟਰਨਲ ਕ੍ਰੋਮੈਟਿਡ, ਠੀਕ ਹੈ। ਹੁਣ ਪੈਟਰਨਲ ਔਰ ਮੈਟਰਨਲ ਕ੍ਰੋਮੈਟਿਡ ਦੇ ਵਿੱਚ ਦੋਨੋਂ ਸਿਮਿਲਰ ਹੈਗੇ ਆ, ਹੋਮੋਲੋਗਸ ਆ। ਇਹ ਇਸ ਤਰੀਕੇ ਨਾਲ ਆਪਸ 'ਚ ਫਿਊਜ਼ ਹੋ ਕੇ ਪ੍ਰੋਪਰ ਕ੍ਰੋਮੋਸੋਮ ਬਣਾ ਲੈਣਗੇ, ਠੀਕ ਹੈ। ਹੁਣ ਇਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਇਸ ਪ੍ਰੋਸੈਸ ਨੂੰ ਅਸੀਂ ਬੋਲਦੇ ਸਾਇਨੈਪਸਿਸ, ਠੀਕ ਹੈ। ਸੋ ਇਹ ਕੀ ਬਣਦਾ? ਸਾਇਨੈਪਟੋਨੀਮਲ ਕੰਪਲੈਕਸ ਬਣਾ ਦਿੰਦਾ ਹੈਗਾ, ਠੀਕ ਹੈ। ਸੋ ਜ਼ਾਈਗੋਟੀਨ ਆਫ ਪ੍ਰੋਫੇਜ਼ ਇਜ਼ ਕਰੈਕਟਰਾਈਜ਼ਡ ਬਾਈ, ਇਹਦੀ ਆਪਸ਼ਨ ਹੈਗੀ ਆਪਸ਼ਨ ਬੀ, ਸਾਇਨੈਪਟੋਨੀਮਲ ਕੰਪਲੈਕਸ। ਫਿਰ ਹੈ ਸਪਲਾਈਸਿੰਗ ਆਫ ਦ ਸੈਂਟਰੋਮੀਅਰ ਐਂਡ ਹੈਂਸ ਸੈਪਰੇਸ਼ਨ ਆਫ ਕ੍ਰੋਮੈਟਿਡਸ ਅਕਰ ਡਿਊਰਿੰਗ। ਕਿ ਸੈਂਟਰੋਮੀਅਰ ਸਪਲਾਈਸ ਕਦੋਂ ਹੁੰਦਾ, ਬ੍ਰੇਕ ਕਦੋਂ ਹੁੰਦਾ ਆ, ਔਰ ਜਿਹੜੇ ਕ੍ਰੋਮੈਟਿਡ ਹੁੰਦੇ ਉਹ ਸੈਪਰੇਟ ਕਦੋਂ ਹੁੰਦੇ ਆ, ਕਿਸ ਫੇਜ਼ ਦੇ ਵਿੱਚ ਹੁੰਦੇ ਆ? ਮਾਈਟੋਸਿਸ ਦੇ ਐਨਾਫੇਜ਼ ਦੇ ਵਿੱਚ, ਮਿਓਸਿਸ 1 ਦੇ ਐਨਾਫੇਜ਼ 'ਚ, ਮਿਓਸਿਸ 2 ਦੇ ਐਨਾਫੇਜ਼ ਦੇ ਵਿੱਚ, ਬੋਥ ਮਿਓਸਿਸ 1 2 ਦੋਨੋਂ ਦੇ ਐਨਾਫੇਜ਼ ਦੇ ਵਿੱਚ ਇਸੇ ਤਰੀਕੇ ਨਾਲ ਹੁੰਦਾ। ਬਿਲਕੁਲ, ਇਹਦੀ ਆਪਸ਼ਨ ਹੈਗੀ ਆਪਸ਼ਨ ਡੀ, ਬੀ ਐਂਡ ਸੀ ਦੋਨੋਂ ਆਪਸ਼ਨ ਆਉਣਗੀਆਂ, ਕਿਉਂਕਿ ਮਿਓਸਿਸ 1 ਦੇ ਵਿੱਚ ਵੀ ਜਿਹੜੇ ਇੱਕ ਸੈੱਲ ਹੈ ਉਹਦੇ ਵਿੱਚ ਤੋਂ 2 ਸੈੱਲਸ ਜਦੋਂ ਬਣਦੇ ਆ ਉਸ ਦੌਰਾਨ ਵੀ ਜਿਹੜਾ ਐਨਾਫੇਜ਼ ਹੁੰਦਾ ਆ, ਠੀਕ ਹੈ, ਉਹਦੇ ਵਿੱਚ ਜਿਹੜੇ ਸੈੱਲ ਦੇ ਨਿਊਕਲੀਅਸ ਦੇ ਅੰਦਰ ਜਿਹੜੇ ਸੈਂਟਰੋਮੀਅਰ ਹੁੰਦੇ ਆ ਉਹ ਜਿਹੜੇ ਮਾਈਕੋਟਿਬਿਊਲਸ ਬਣਾਉਂਦੇ ਆ, ਉਹਨਾਂ ਦੇ ਨਾਲ ਜਿਹੜੇ ਇਸ ਤਰੀਕੇ ਨਾਲ ਕ੍ਰੋਮੈਟਿਡ ਹੈਗੇ ਆ ਉਹ ਦੋਨੋਂ ਅਲੱਗ-ਅਲੱਗ ਹੋ ਜਾਂਦੇ ਆ, ਠੀਕ ਹੈ। ਇੱਥੇ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ, ਕ੍ਰੋਮੋਸੋਮ ਬ੍ਰੇਕ ਹੋ ਕੇ ਕ੍ਰੋਮੈਟਿਡ ਫਾਰਮ 'ਚ ਅਲੱਗ-ਅਲੱਗ ਹੋ ਜਾਂਦੇ ਆ ਮਾਈਕਰੋਟਿਬਿਊਲਸ ਦੇ ਨਾਲ, ਠੀਕ ਹੈ। ਉਹਦੇ ਵਿੱਚ ਵੀ ਇੱਦਾਂ ਹੁੰਦਾ। ਨੈਕਸਟ ਮਿਓਸਿਸ 2 ਜਿਹੜੀ ਹੈਗੀ ਆ, ਮਿਓਸਿਸ 2 ਦੇ ਵਿੱਚ ਵੀ ਸੇਮ ਇੱਦਾਂ ਹੁੰਦਾ ਹੈਗਾ, ਠੀਕ ਹੈ।
ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਡੀ। ਫਿਰ 9th ਕੁਐਸਚਨ, ਨੰਬਰ ਆਫ ਕ੍ਰੋਮੋਜ਼ੋਮਸ ਇਜ਼ ਰਿਡਿਊਸ ਟੂ ਹਾਫ ਡਿਊਰਿੰਗ, ਕਿ ਨੰਬਰ ਆਫ ਕ੍ਰੋਮੋਜ਼ੋਮਸ ਰਿਡਿਊਸ ਕਦੋਂ ਹੁੰਦੇ ਹੈਗੇ ਆ, ਮਾਈਟੋਸਿਸ ਦੇ ਵਿੱਚ, ਮਿਓਸਿਸ 2 ਦੇ ਵਿੱਚ, ਮਿਓਸਿਸ 1 ਦੇ ਵਿੱਚ, ਕਿ ਫਰਟੀਲਾਈਜੇਸ਼ਨ ਦੇ ਦੌਰਾਨ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਸੀ, ਮਿਓਸਿਸ 1 ਦੇ ਦੌਰਾਨ ਹੀ ਉਹ ਹਾਫ ਹੋ ਜਾਂਦੇ ਆ, ਠੀਕ ਹੈ। ਇਸ ਕਰਕੇ ਇਹਨੂੰ ਮਿਓਸਿਸ 1 ਨੂੰ ਰਿਡਕਸ਼ਨਲ ਡਿਵੀਜ਼ਨ ਕਹਿੰਦੇ ਆ। ਹੁਣ ਮਿਓਸਿਸ 1 ਦੇ ਦੌਰਾਨ ਜਦੋਂ ਇਹ ਕ੍ਰੋਮੋਜ਼ੋਮ ਨੰਬਰ 2n ਤੋਂ ਮਤਲਬ ਡਿਪਲੋਇਡ ਤੋਂ ਹੈਪਲੋਇਡ ਹੋ ਗਏ, ਫਰਦਰ ਮਿਓਸਿਸ 2 ਦੇ ਦੌਰਾਨ ਜਦੋਂ ਇਹ ਜਿਹੜੇ ਸੈੱਲ ਬਣਾਉਂਦੇ ਹੈਗੇ ਆ, ਠੀਕ ਹੈ, ਮਿਓਸਿਸ 2 ਦੇ ਦੌਰਾਨ ਜਦੋਂ ਇਹ ਅੱਗੇ ਸੈੱਲ ਬਣਾਉਣਗੇ ਤਾਂ ਉਹ ਕੀ ਰਹਿਣਗੇ, ਉਹ ਹੈਪਲੋਇਡ ਹੀ ਰਹਿਣਗੇ, ਫਰਦਰ ਘਟਣਗੇ ਨਹੀਂ। ਇਸ ਕਰਕੇ ਉਹਨੂੰ ਅਸੀਂ ਇਕੁਏਸ਼ਨਲ ਡਿਵੀਜ਼ਨ ਕਹਿ ਦਿੰਦੇ ਹਾਂ, ਠੀਕ ਹੈ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਸੀ, ਮਿਓਸਿਸ 1, ਠੀਕ ਹੈ। ਫਿਰ ਹੈ ਐਟ what phase of meiosis are the two cells each with the separated sister chromatids that have been removed to the opposite spindle poles, ਕਿ ਮਿਓਸਿਸ ਦੇ ਕੇਸ ਫੇਜ਼ ਦੇ ਵਿੱਚ ਜਿਹੜੇ ਦੋ ਸੈੱਲ ਹੈਗੇ ਉਹਨਾਂ ਦੇ ਵਿੱਚੋਂ ਦੋਨੋਂ ਜਿਹੜੇ ਹੈਗੇ ਆ ਉਹਨਾਂ ਦੇ ਸਿਸਟਰ ਕ੍ਰੋਮੈਟਿਡ ਜਿਹੜੇ ਆ ਉਹ ਅਲੱਗ ਹੋ ਜਾਂਦੇ ਆ ਔਰ ਓਪੋਜ਼ਿਟ ਪੋਲਸ ਵਾਲੀ ਸਾਈਡ ਜਿਹੜੇ ਹੈਗੇ ਆ ਉਹ ਚਲੇ ਜਾਂਦੇ ਆ ਔਰ ਸਪਿੰਡਲ ਜਿਹੜੇ ਹੈਗੇ ਆ ਉਹ ਹੌਲੀ ਹੌਲੀ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ ਆ। ਸਪਿੰਡਲ ਫਾਈਬਰਸ ਮਾਈਕਰੋਟਿਬਿਊਲਸ ਜਿਹੜੇ ਹੁੰਦੇ ਉਹ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ। ਐਨਾਫੇਜ਼ 2, ਐਨਾਫੇਜ਼ 1, ਟੇਲੋਫੇਜ਼ 2 ਕਿ ਟੇਲੋਫੇਜ਼ 1। ਇਹਦੀ ਆਪਸ਼ਨ ਆਏਗੀ ਆਪਸ਼ਨ A, anaphase 2. If gametes are produced after reduction division, they are termed as myogametes. Option D, myogametes. फिर है meiosis doesn't occur in, meiosis ਕਿਹੜੇ ਸੈਲਸ ਦੇ ਵਿੱਚ ਨਹੀਂ ਹੁੰਦੀ, ਬੈਕਟੀਰੀਆ, ਸਾइनोबैक्टीरिया, प्लांट सेल के बोथ A and B, बैक्टीरिया और साइनोबैक्टीरिया दोनों ਸੈਲਸ ਦੇ ਅੰਦਰ। ਬੈਕਟੀਰੀਆ ਔਰ ਸਾइनोबैक्टीरिया ਇਹਨਾਂ ਦੇ ਵਿੱਚ ਮਿਓਸਿਸ ਨਹੀਂ ਹੁੰਦੀ, ਟਰਾਂਸਡਕਸ਼ਨ ਹੁੰਦੀ ਆ ਜਾਂ ਕੌਨਜੂਗੇਸ਼ਨ ਦੀ ਪ੍ਰੋਸੈਸ ਹੁੰਦੀ ਆ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਡੀ, A and B ਦੋਨੋਂ ਆਪਸ਼ਨਸ।